ਆਉਣ ਵਾਲੇ ਸਮੇਂ ਦੇ ਵਿੱਚ ਕੀ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ? ਕਾਂਗਰਸ ਨੇ ਲਾਰਾ ਲਾਇਆ ਸੀ ਕਿਸਾਨਾਂ ਨੂੰ ਵੀ ਅਸੀਂ ਕਰਜ਼ਾ ਪੂਰਾ ਮਾਫ ਕਰ ਦਾਂਗੇ। तो ग्रामीण जी विकास बैंक नाल रिलेटेड कुछ किसानों के मसले आ जिन्हां दे समन और अरेस्ट वारंट पिछली चन्नी सरकार कट के गई सी, यह साडे टाइम नहीं होया। उस वक्त किसानों ने किश्तां नहीं भरियां, हुण किश्तां दा की करेगी मान सरकार? जब अगे एक्सटेंड होगी किश्तां जां लोन दे उत्ते लोन लिया जाऊगा? मैं ये नहीं कहता भी 2-4 दिनां 'च कोई बहुत वड्डा चमत्कार हो जाना, नहीं होना, लेकिन बहुत जल्दी मतलब फोकस सरकार दा ते बहुत वड्डे स्तर ते आ। मान साहब की सरकार आने वाले टाइम 'ਚ ਰੈਵੋਲੂਸ਼ਨਰੀ चेंज लियाऊगी खेती ਨੂੰ ਲੈ ਕੇ। ਜਦੋਂ ਵੀ ਅਖਬਾਰਾਂ ਦੇ ਵਿੱਚ ਐਡ ਜਾਂ ਇਸ਼ਤਿਹਾਰ ਆਉਂਦੇ ਨੇ, ਭਗਵੰਤ ਮਾਨ ਦਾ ਇੱਕ ਪੇਜ ਤੇ ਪੂਰਾ ਹੁੰਦਾ ਹੈ, ਨਾਲ ਕੇਜਰੀਵਾਲ ਦਾ ਇੱਕ ਪੇਜ ਤੇ ਪੂਰਾ ਹੁੰਦਾ, ਕਿਉਂ? ਵਿਰੋਧੀ ਧਿਰਾਂ ਨੂੰ ਤੇ ਨਾ ਹੁਣ ਭਗਵੰਤ ਮਾਨ ਚੰਗਾ ਲੱਗਦਾ ਆ ਤੇ ਨਾ ਕੇਜਰੀਵਾਲ ਸਾਹਿਬ। ਸੋ ਪੈਸੇ ਦੀ ਵੀ ਗੱਲ ਹੁੰਦੀ, ਪੈਸਾ ਇੰਨਾ ਕਿਉਂ ਲਗਾਇਆ ਜਾ ਰਿਹਾ ਵੀ ਪੰਜਾਬ ਦੇ ਸਿਰ 3 ਲੱਖ ਕਰੋੜ ਕਰਜ਼ਾ ਹੈ? ਹਾਂ, ਇਹ ਤੇ ਕੱਲ ਨੂੰ ਕਹਿ ਦੇਣ। ਇਹ ਤੇ ਵਿਰੋਧੀ ਧਿਰ ਤੇ ਇਹ ਵੀ ਕਹਿੰਦੇ ਜੀ ਕੇਜਰੀਵਾਲ ਸਾਹਿਬ ਨੇ ਸਵੈਟਰ ਕਿਉਂ ਪਾ ਲਿਆ, क्यों माड़ा पा लिया, कोई चंगा पा लिया, ये कोई गल्लां है? साडा विजय जी कोई मंत्री किसी माफिया 'ਚ हिस्सेदार है? सानू दसो। साडा कोई MLA आम आदमी पार्टी का किसी बसां का हिस्सेदार है, किसी रेत का हिस्सेदार है, किसी ठेके का हिस्सेदार है, किसी शराब का हिस्सेदार है, किसी लुट खसुट कर रहा, कोई करप्शन कर रहा, ਉਹਦੀ ਜ਼ਿੰਮੇਵਾਰੀ ਮਾਨ ਸਾਹਿਬ ਦੀ ਸਰਕਾਰ ਦੀ ਹੈ। ਕੇਜਰੀਵਾਲ ਸਾਹਿਬ ਨੇ ਕਿਹਾ ਸੀ ਪਾਈ ਇਕੱਠੀ ਕਰਕੇ ਪੰਜਾਬ ਦੇ ਸਦੋ ਕਰਜ਼ਾ ਲਾਵਾਂਗੇ, ਫਿਰ ਇਸ਼ਤਿਹਾਰ ਤੇ ਇਹਨਾਂ ਪੈਸਾ ਕਿਉਂ ਲਗਾਇਆ ਜਾ ਰਿਹਾ? ਜਿਹੜਾ ਵੀ 1-1 ਰੁਪਈਆ ਪੰਜਾਬ ਦੇ ਜਿਹੜੀ ਰਿਸੋਰਸ ਹੈ ਜਾਂ ਰੈਵਨਿਊ ਆ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਪੰਜਾਬ ਦੇ ਲੋਕਾਂ ਤੇ ਲੱਗੂਗਾ। ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ, ਉਸ ਤੋਂ ਬਾਅਦ ਨਵੇਂ ਐਲਾਨ ਵੀ ਹੋਏ ਨੇ। ਰਵਾਇਤੀ ਪਾਰਟੀਆਂ ਦੀ ਗੱਲ ਕਰ ਲਈਏ, ਜੋ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾ ਕੇ ਆਮ ਲੋਕਾਂ ਦੀ ਪਾਰਟੀ ਰਹੂਗੀ, ਨਵੇਂ ਐਲਾਨ ਵੀ ਹੁੰਦੇ ਨੇ, ਕਈ ਲੋਕ ਖੁਸ਼ ਵੀ ਹੁੰਦੇ ਨੇ, ਕਈ ਲੋਕ ਨਾਰਾਜ਼ ਵੀ ਹੁੰਦੇ ਨੇ। ਬਿਜਲੀ ਦੇ ਵੀ ਐਲਾਨ ਹੋਏ, ਹੁਣ ਨਵੇਂ ਐਲਾਨ ਵੀ ਹੋਏ ਨੇ ਰੇਹੜੀਆਂ ਨੂੰ ਲੈ ਕੇ। ਜੋ ਮੋਟਰਸਾਈਕਲ ਤੋਂ ਰੇਹੜੀਆਂ ਬਣਾਈਆਂ ਗਈਆਂ ਨੇ, ਮੋਡੀਫਾਈ ਕੀਤੀਆਂ ਗਈਆਂ ਨੇ, ਉਹ ਬੰਦ ਹੋਣਗੀਆਂ। ਇਸ ਤਰੀਕੇ ਦੇ ਨੋਟੀਫਿਕੇਸ਼ਨ ਉੱਤੇ ਬਹਿਸ ਹੋਈ ਹੈ ਜਾਂ ਬਹਿਸ ਹੁੰਦੀ ਪਈ ਹੈ ਸਿਆਸੀ ਪਾਰਟੀਆਂ ਵੱਲੋਂ ਕਿ ਕਿਉਂ ਨੋਟੀਫਿਕੇਸ਼ਨ ਕੱਢੇ ਗਏ ਨੇ। ਰਵਾਇਤੀ ਪਾਰਟੀਆਂ ਵੀ ਕਹਿ ਰਹੀਆਂ ਨੇ, ਜੋ ਵਿਰੋਧੀ ਧਿਰ ਦੀਆਂ ਨੇ, ਵੀ ਕਿਉਂ ਇਹ ਨੋਟੀਫਿਕੇਸ਼ਨ ਕੱਢੇ ਗਏ ਨੇ, ਕਿਉਂਕਿ ਗਰੀਬਾਂ ਕੋਲ ਰੁਜ਼ਗਾਰ ਚਲਾਉਣ ਵਾਸਤੇ ਇਹ ਮੋਡੀਫਾਈ ਕੀਤੇ ਗਏ ਸੀ ਮੋਟਰਸਾਈਕਲ। ਤੇ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਕਿਸਾਨਾਂ ਤੇ ਵੀ ਚਰਚਾ ਕਰਾਂਗੇ ਅੱਜ। ਜੋ ਕਿਸਾਨ ਜੋ ਕਰਜ਼ੇ ਹੈਗੇ ਸੀ ਉਹਨਾਂ ਦੇ ਉੱਤੇ ਗ੍ਰਿਫਤਾਰੀਆਂ ਹੋਣਗੀਆਂ, ਪਰ ਰੋਕ ਲਗਾ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਨੋਟੀਫਿਕੇਸ਼ਨ ਫਿਰ ਹੋ ਸਕਦੇ ਨੇ ਕਿਸਾਨਾਂ ਨੂੰ ਲੈ ਕੇ। ਸਾਡੇ ਨਾਲ ਮੌਜੂਦ ਨੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਜੀ। ਗੱਲਬਾਤ ਕਰਾਂਗੇ, ਉਹ ਸ਼ੁਰੂਆਤ ਕਰਾਂਗੇ ਉਹਨਾਂ ਵਹੀਕਲਾਂ ਦੀ ਜਿਹੜੇ ਵਹੀਕਲ ਮੋਡੀਫਾਈ ਕਰਕੇ ਬਣਾਏ ਗਏ ਨੇ ਆਪਦੇ ਸਹੂਲਤਾਂ ਦੇ ਹਿਸਾਬ ਨਾਲ, ਜੋ ਗਰੀਬਾਂ ਨੇ ਬਣਾਏ ਨੇ, ਕਿ ਉਸ ਨੂੰ ਬੰਦ ਕਰਕੇ ਕਿ ਵਾਕਈ ਹੀ ਠੱਲ ਪੈ ਜੂਗੀ, ਜੋ ਟ੍ਰੈਫਿਕ ਉੱਤੇ ਠੱਲ ਪੈ ਜੂਗੀ। ਮਲਵਿੰਦਰ ਸਿੰਘ ਸਾਡੇ ਨਾਲ ਨੇ। ਭਾਜੀ ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਵਾਹ ਜੀ, ਧੰਨਵਾਦ ਵਿਜੇ ਜੀ। ਇੱਕ ਨੋਟੀਫਿਕੇਸ਼ਨ ਹੋਇਆ, ਸਭ ਅਖਬਾਰਾਂ ਦੀ ਸੁਰਖੀਆਂ ਬਣਿਆ ਹੋਇਆ, ਮੀਡੀਆ ਦੀ ਚਰਚਾ ਵਿੱਚ ਹੈਗਾ, ਜਿਹੜੇ ਮੋਟਰਸਾਈਕਲ ਮੋਡੀਫਾਈ ਕਰਕੇ ਜੋ ਗਰੀਬ ਲੋਕ ਨੇ, ਜੋ ਆਪਣਾ ਰੋਜ਼ਗਾਰ ਚਲਾਉਂਦੇ ਨੇ, ਉਸ ਨੂੰ ਹੁਣ ਸਰਕਾਰ ਬੰਦ ਕਰਨ ਜਾ ਰਹੀ ਹੈ। ਬੰਦ ਕਰਨ ਦਾ ਮੇਨ ਕਾਰਨ ਕੀ ਹੈ? ਦੇਖੋ, ਇਹ ਸਾਰੇ ਇਸ਼ੂ ਤੇ ਆਨਰੇਬਲ ਸੁਪਰੀਮ ਕੋਰਟ 'ਚ ਜਨਹਿਤ ਯਾਚਕਾ ਦਾਇਰ ਕੀਤੀ ਸੀ 2019 'ਚ, ਔਰ ਮਾਨਯੋਗ ਸੁਪਰੀਮ ਕੋਰਟ ਨੇ ਇਹ 'ਤੇ ਡਾਇਰੈਕਸ਼ਨਾਂ ਦਿੱਤੀਆਂ। ਇਹ ਕੋਈ ਪੰਜਾਬ ਇਕੱਲੀ ਸਟੇਟ ਨੂੰ ਨਹੀਂ ਹੈ, ਇਹ ਸਾਰੇ ਦੇਸ਼ ਦੇ ਸਾਰੇ ਸੂਬਿਆਂ ਨੂੰ, ਵੀ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਜੁਗਾੜ ਵਾਹੀਕਲ ਕਹਿੰਦੇ ਆ, ਉਹ ਕਿਉਂਕਿ ਉਹਦੇ 'ਚ ਜਿਹੜੀ ਯਾਚਕਾ ਸੀ ਉਹਦੇ 'ਚ ਇਹ ਗੱਲ ਕਹੀ ਗਈ ਸੀ ਵੀ ਇਹਨਾਂ ਨਾਲ ਲੈ ਕੇ ਅਨਸੈਸਰੀ ਐਕਸੀਡੈਂਟ ਬਹੁਤ ਥਾਵਾਂ 'ਤੇ ਹੁੰਦੇ ਵੀ ਆ, ਵਾਕਈ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਇਹਦੇ ਨਾਲ ਬਹੁਤ ਸਾਰਾ ਇੱਕ ਗਰੀਬ ਵਰਗ ਦਾ ਰੋਜ਼ਗਾਰ ਵੀ ਜੁੜਿਆ। ਸੋ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਤਾਂ ਇਹਦੇ 'ਚ ਕੁਛ ਨਹੀਂ ਕੀਤਾ। ਪੰਜਾਬ ਸਰਕਾਰ ਨੇ ਤਾਂ ਸਿਰਫ ਮਾਨਯੋਗ ਸੁਪਰੀਮ ਕੋਰਟ ਦੀਆਂ ਜੋ ਡਾਇਰੈਕਸ਼ਨ ਆਇਆ ਉਹਦਾ ਪਾਲਨ ਕੀਤਾ। ਹੁਣ ਅਹਿਮ ਸਵਾਲ ਹੈ, ਤੁਸੀਂ ਕਹਿੰਦੇ ਵੀ ਟ੍ਰੈਫਿਕ ਵਾਸਤੇ ਕੀਤਾ ਗਿਆ, ਕੀ ਕਾਨੂੰਨ ਬਦਲਿਆ ਜਾ ਸਕਦਾ ਇਹ ਵਾਲਾ? ਕਿਉਂਕਿ ਆਪਾਂ ਦੇਖਿਆ ਸੀ ਜਦੋਂ ਵੱਧ ਚਲਾਨ ਦੀ ਗੱਲ ਹੋਈ ਸੀ, 5000 ਚਲਾਨ ਕਰਤਾ ਸੀ 500 ਤੋਂ, ਕੈਪਟਨ ਸਾਹਿਬ ਨੇ ਮਨਾ ਕਰਤਾ ਸੀ ਮੈਂ ਲਾਗੂ ਨਹੀਂ ਕਰੂੰਗਾ, ਕੁਝ ਸਮੇਂ ਲਈ ਲਾਗੂ ਨਹੀਂ ਹੋਏ ਸੀ, ਉਸ ਵਕਤ ਹਾਮੀ ਭਰੀ ਸੀ। ਪੰਜਾਬ ਸਰਕਾਰ ਕੋਲ ਤਾਂ ਪਾਵਰ ਹੈਗੀ ਹੈ, ਫਿਰ ਬੰਦ ਕੀਤਾ ਜਾ ਸਕਦਾ ਕਾਨੂੰਨ? ਦੇਖੋ, ਹਾਂ, ਉਹਦੇ ਲਈ ਸਰਕਾਰ ਇਹਦੇ 'ਤੇ ਇਹਦਾ ਜਾਂ ਤਾਂ ਇਹਦਾ ਅਲਟਰਨੇਟਿਵ ਕੀ ਹੋ ਸਕਦਾ ਹੈ ਜਾਂ ਇਹਦੇ 'ਚ ਰਿਲੈਕਸੇਸ਼ਨ ਕੀ ਹੋ ਸਕਦੀ ਹੈ। ਡੈਫੀਨੇਟਲੀ ਮਾਨ ਸਾਹਿਬ ਦੀ ਸਰਕਾਰ ਇਹਦੇ ਬਾਰੇ ਜ਼ਰੂਰ ਵਿਚਾਰ ਕਰ ਰਹੀ ਹੈ, ਕਿਉਂਕਿ ਇਹਦੇ ਨੂੰ ਲੈ ਕੇ ਦੇਖੋ ਇੱਕ ਬਹੁਤ ਵੱਡਾ ਤਬਕਾ ਜ਼ਰੂਰ ਉਹਦਾ ਰੋਜ਼ਗਾਰ ਨਾਲ ਵੀ ਜੁੜਿਆ ਹੈ। ਲੇਕਿਨ ਦੂਜੇ ਪਾਸੇ ਅਸੀਂ ਇੱਕ ਕਾਨੂੰਨ 'ਚ ਸੰਵਿਧਾਨ 'ਚ ਬੱਝੇ ਹਾਂ,
ਔਨਰੇਬਲ ਸੁਪਰੀਮ ਕੋਰਟ ਦਾ ਜਿਹੜਾ ਕੋਈ ਆਦੇਸ਼ ਹੁੰਦਾ ਆ ਉਹਨੂੰ ਵੀ ਅਸੀਂ ਜਿਹੜਾ ਇਗਨੋਰ ਨਹੀਂ ਕਰ ਸਕਦੇ, ਮਨਾ ਨਹੀਂ ਕਰ ਸਕਦੇ। ਹਾਂ, ਵਿਚਲਾ ਰਸਤਾ ਕਿਸ ਤਰੀਕੇ ਨਾਲ ਕੋਈ ਨਿਕਲ ਸਕਦਾ, ਜ਼ਰੂਰ ਉਹਦੇ ਬਾਰੇ ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਦਿਨਾਂ 'ਚ ਫੈਸਲਾ ਲਓ। ਕਿਸਾਨਾਂ ਦੀ ਗੱਲ ਕਰੀਏ, ਕਰਜ਼ੇ ਨੂੰ ਲੈ ਕੇ ਪਹਿਲਾਂ ਨੋਟੀਫਿਕੇਸ਼ਨ ਹੋ ਜਾਂਦਾ ਵੀ ਜਿਹੜੇ ਕਿਸਾਨਾਂ ਨੇ ਕਰਜ਼ਾ ਲਿਆ ਹੈ ਉਸ ਨੂੰ ਅਰੈਸਟ ਕੀਤਾ ਜਾਊਗਾ। ਜਥੇਬੰਦੀਆਂ ਵੀ ਕਹਿਣ ਲੱਗ ਪੈਂਦੀਆਂ ਵੀ ਕਿਸੇ ਵੀ ਕਿਸਾਨ ਨੂੰ ਹੱਥ ਲਾਇਆ ਤਾਂ ਅਸੀਂ ਪ੍ਰੋਟੈਸਟ ਕਰਾਂਗੇ। ਫਿਰ ਇੱਕ ਖੇਤੀਬਾੜੀ ਮੰਤਰੀ ਵੱਲੋਂ ਬਿਆਨ ਆ ਜਾਂਦਾ ਵੀ ਨਹੀਂ, ਹੁਣ ਅਸੀਂ ਅਰੈਸਟ ਨਹੀਂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ? ਇੱਕ ਤੇ ਕਿਸੇ ਕਿਸਾਨ ਦੀ ਅਰੈਸਟ ਨਹੀਂ ਹੋਊਗੀ, ਕਿਸੇ ਕਿਸਾਨ ਦੀ ਜਿਹੜੀ ਹੈ ਕੁਰਕੀ ਨਹੀਂ ਹੋਊਗੀ। ਇਹ ਮਾਨ ਸਾਹਿਬ ਦੀ ਸਰਕਾਰ ਨੇ ਔਰ ਸਾਡੇ ਇਸ ਮਹਿਕਮੇ ਦੇ ਜਿਹੜੇ ਸਾਡੇ ਮਿਨਿਸਟਰ ਹੈ ਹਰਪਾਲ ਸਿੰਘ ਚੀਮਾ ਜੀ ਹੋਣਾ ਨੇ, ਉਹਨਾਂ ਨੇ ਡਾਇਰੈਕਸ਼ਨਾਂ ਜਾਰੀ ਕਰਤੀਆਂ। ਦੂਸਰੀ ਗੱਲ, ਇਹਦੇ ਪਿੱਛੇ ਜਿਹੜੀ ਪੂਰੀ ਪ੍ਰਸਟਭੂਮੀ ਸੀ, ਜਿਹੜੀ ਹਿਸਟਰੀ ਆ, ਉਹ ਇਹ ਆ ਵੀ ਕਾਂਗਰਸ ਨੇ ਲਾਰਾ ਲਾਇਆ ਸੀ ਕਿਸਾਨਾਂ ਨੂੰ ਵੀ ਅਸੀਂ ਕਰਜ਼ਾ ਪੂਰਾ ਮਾਫ ਕਰ ਦਾਂਗੇ। ਤੋ ਗ੍ਰਾਮੀਣ ਜਿਹੜੀ ਵਿਕਾਸ ਬੈਂਕ ਨਾਲ ਰਿਲੇਟਡ ਕੁਝ ਕਿਸਾਨਾਂ ਦੇ ਮਸਲੇ ਆ ਜਿਨ੍ਹਾਂ ਦੇ ਸਮਨ ਔਰ ਅਰੈਸਟ ਵਾਰੰਟ ਪਿਛਲੀ ਚੰਨੀ ਸਰਕਾਰ ਕੱਢ ਕੇ ਗਈ ਸੀ। ਇਹ ਸਾਡੇ ਟਾਈਮ ਨਹੀਂ ਹੋਇਆ, ਚੰਨੀ ਸਰਕਾਰ ਕੱਢ ਕੇ ਗਈ ਸੀ। ਹਾਂ, ਉਹਦੇ 'ਚ ਕੁਝ ਕੇਸਾਂ 'ਚ ਰਿਨਿਊ ਕਰਕੇ ਉਹ ਜਿਹੜੇ ਸਮਨ ਸੀ ਅਧਿਕਾਰੀਆਂ ਨੇ ਆਪਣੇ ਲੈਵਲ 'ਤੇ ਕੁਝ ਕਿਸਾਨਾਂ ਨੂੰ ਦੇ ਦਿੱਤੇ, ਜਿਨ੍ਹਾਂ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਉਹਨਾਂ ਨੂੰ ਆਦੇਸ਼ ਜਾਰੀ ਕਰਤੇ ਆ, ਰੋਕ ਵੀ ਲਾਈ ਜਾਵੇ, ਅਰੈਸਟ 'ਤੇ ਵੀ, ਕੁਰਕੀ ਵੀ 'ਤੇ ਵੀ ਰੋਕ ਦੇ। ਦੂਜਾ, ਜਿਹੜੇ ਅਧਿਕਾਰੀ ਇਸ ਸ਼ਰਾਰਤ ਦੇ ਪਿੱਛੇ, ਉਹਨਾਂ ਦੀ ਵੀ ਜਿਹੜੀ ਆ ਪੇਸ਼ੀ ਜਿਹੜੀ ਮਾਨਯੋਗ ਮੰਤਰੀ ਸਾਹਿਬ ਕੋ ਹੋਊਗੀ, ਉਹਨਾਂ 'ਤੇ ਵੀ ਸਰਕਾਰ ਨੇ ਕੋਈ ਨਾ ਕੋਈ ਐਕਸ਼ਨ ਜਿਹੜਾ ਲੈਣਾ, ਕਿਉਂਕਿ ਉਹਨਾਂ ਨੇ ਬਹੁਤ ਵੱਡੀ ਇਹਦੇ 'ਚ ਅਣਗਹਿਲੀ ਕੀਤੀ ਆ। ਸਰਕਾਰ ਦੇ ਧਿਆਨ 'ਚ ਲਿਆਉਂਦਾ ਬਿਨਾਂ ਆਪਣੇ ਲੈਵਲ 'ਤੇ ਕੋਈ ਸਮਨ ਰਿਨਿਊ ਕਰਕੇ ਕਿਸਾਨਾਂ ਨੂੰ ਕੀਤੇ, ਉਹ ਆਪਣੇ ਆਪ 'ਚ ਉਹਨਾਂ ਨੇ ਵੱਡਾ ਇੱਕ ਜਿਹਨੂੰ ਕਹਿ ਦਿਓ ਵਾਇਲੇਸ਼ਨ ਆਫ ਜਿਹੜਾ ਪ੍ਰੋਟੋਕੋਲ ਕੀਤਾ ਹੈ। ਤੋਂ ਚੀਮਾ ਸਾਹਿਬ ਨੇ ਉਹਨਾਂ ਦਾ ਵੀ ਤਲਬ ਕਰ ਲਿਆ, ਅਧਿਕਾਰੀਆਂ 'ਤੇ ਵੀ ਐਕਸ਼ਨ ਲਊਗੀ ਸਰਕਾਰ। ਅਰੈਸਟ ਤਾਂ ਨਹੀਂ ਹੋਣਗੇ ਕਿਸਾਨ ਆਉਣ ਵਾਲੇ ਸਮੇਂ 'ਚ? ਕੋਈ ਅਰੈਸਟ ਨਹੀਂ ਹੋਊਗੀ, ਕੋਈ ਕੁਰਕੀ ਨਹੀਂ ਹੋਊਗੀ। ਹੁਣ ਅਹਿਮ ਸਵਾਲ ਹੈ ਕਿ ਧਾਰਾ 67 ਤੁਹਾਨੂੰ ਪਤਾ ਹੋਣਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਖਤਮ ਕਰਤੀ ਸੀ ਵੀ ਕੋਈ ਵੀ ਕਿਸਾਨ ਜਿਹੜਾ ਅਰੈਸਟ ਨਹੀਂ ਹੋਊਗਾ, ਕੀ ਉਸ ਨੂੰ ਦੁਬਾਰਾ ਬਹਾਲ ਕੀਤਾ ਜਾ ਸਕਦਾ? ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਅਸੀਂ ਗੱਲਾਂ ਬਾਤਾਂ ਵਰਗੇ ਕੰਮ ਨਹੀਂ ਕਰਨੇ। ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਨਹੀਂ ਕੀਤਾ ਆਪਾਂ ਸਾਰਾ ਕੁਝ ਦੇਖ ਹੀ ਰਹੇ ਹਾਂ। ਜਦ ਬਦਹਾਲ ਸਥਿਤੀ ਆ ਕਿਸਾਨੀ ਦੀ ਖਾਸ ਕਰ, ਔਰ ਪੰਜਾਬ ਦੀ ਇਕਨੋਮੀ ਐਗਰੀਕਲਚਰ ਡਿਪੈਂਡ ਹੈ। ਸਾਡਾ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਹੈ, ਨੌਜਵਾਨਾਂ ਨਾਲ ਜਿੱਥੇ ਰੋਜ਼ਗਾਰ ਨੂੰ ਲੈ ਕੇ ਵਾਅਦਾ ਹੈ, ਉੱਥੇ ਕਿਸਾਨੀ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਦਾ ਇਹ ਆ ਵੀ ਮੌਜੂਦਾ ਕਿਸਾਨੀ ਜਿਹੜਾ ਢਾਂਚਾ ਆ ਉਹਨੂੰ ਬਿਹਤਰ ਕਿਸ ਤਰ੍ਹਾਂ ਬਣਾਇਆ ਜਾਵੇ, ਕਿਸਾਨ ਨੂੰ ਇਸ ਸਥਿਤੀ 'ਚ ਲੈ ਕੇ ਆਇਆ ਜਾਵੇ ਵੀ ਉਹਨੂੰ ਕਰਜ਼ਾ ਲੈਣ ਦੀ ਜ਼ਰੂਰਤ ਨਾ ਪਵੇ। ਜੇ ਜ਼ਰੂਰਤ ਪਵੇ ਤਾਂ ਉਹ ਇਸ ਤਰੀਕੇ ਨਾਲ ਉਹਦੀ ਇਨਕਮ ਹੋਵੇ ਵੀ ਉਹ ਲਾ ਸਕੇ, ਉਹਨੂੰ ਆਤਮ ਹੱਤਿਆ ਨਾ ਕਰਨੀ ਪਵੇ। ਸੋ ਇਹਦੇ 'ਚ ਪਿਛਲੇ ਸਾਲਾਂ 'ਚ ਦੇਖੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰਦੀ ਰਹੀ ਹੈ, ਰਿਸਰਚ ਨਹੀਂ ਹੋਈ, ਕਿਸਾਨੀ ਐਗਰੀਕਲਚਰ ਨੂੰ ਲੈ ਕੇ ਕੋਈ ਪਾਲਿਸੀ ਵੀ ਨਹੀਂ ਬਣਾਈ ਇਹ ਪਿਛਲੀਆਂ ਸਰਕਾਰਾਂ ਨੇ। ਸੋ ਅੱਜ ਇਹ ਸਾਡੀ ਸਰਕਾਰ ਦਾ ਬੜਾ ਸੀਰੀਅਸ ਇਸ 'ਤੇ ਫੋਕਸ ਹੈ, ਮਾਨ ਸਾਹਿਬ ਦੀ ਸਰਕਾਰ ਦਾ। ਇਹ ਸਾਡੀ ਜ਼ਿੰਮੇਵਾਰੀ ਵੀ ਆ ਔਰ ਸਾਡੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਵੀ ਆ ਵੀ ਖੇਤੀ ਦਾ ਜਿਹੜਾ ਪੂਰਾ ਢਾਂਚਾ ਆ ਉਹਨੂੰ ਸੰਵਾਰਨਾ ਵੀ ਆ, ਉਹਨੂੰ ਮੁੜ ਪੈਰਾਂ 'ਤੇ ਖੜੇ ਕਰਨਾ ਹੈ। ਹੁਣ ਜਿੰਨੇ ਵੀ ਮੋਟਰਸਾਈਕਲ ਵਾਲੇ ਨੇ ਸਾਰੇ ਚਲੇ ਗਏ ਨੇ ਐਮਐਲਏ ਦੇ ਘਰ ਦੇ ਬਾਹਰ, ਪ੍ਰੋਟੈਸਟ ਹੋ ਰਿਹਾ, ਬਠਿੰਡੇ ਦੇ ਵਿੱਚ ਵੀ ਹੋ ਰਿਹਾ। ਬਰਾੜ ਸਾਹਿਬ ਜੋ ਐਮਐਲਏ ਹੈਗੇ ਨੇ, ਕਿਸਾਨ ਉੱਥੇ ਆਤਮ ਹੱਤਿਆ ਕਰਨ ਦੀ ਧਮਕੀਆਂ ਦੇ ਰਹੇ ਨੇ ਵੀ ਅਸੀਂ ਆਤਮਦਾਹ ਕਰ ਲਾਂਗੇ ਜੇ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ। ਹੁਣ ਵਿਚਲਾ ਰਸਤਾ ਕਦੋਂ ਕੱਢੋਗੇ, ਕਦੋਂ ਰਸਤਾ ਨਿਕਲੂਗਾ? ਕਿਹੜਾ ਮੋਟਰਸਾਈਕਲ ਜੋ ਮੋਡੀਫਾਈ ਕਰਨ ਦੀ ਗੱਲ ਹੋਈ ਹੈ? ਹਾਂ, ਨਹੀਂ ਉਹ 'ਤੇ ਕਿਸਾਨ ਸਰਕਾਰ ਵਿਚਾਰ ਕਰ ਲਈ, ਲੇਕਿਨ ਉਹ 'ਤੇ ਮੈਂ ਫੇਰ ਸਪਸ਼ਟ ਕਰਦਾ, ਇਹ ਜਿਹੜਾ ਸਰਕੂਲੇਸ਼ਨ ਆਈ ਆ ਇਹ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ 'ਤੇ ਆਈ ਆ। ਸੁਪਰੀਮ ਕੋਰਟ ਨੇ ਜਨਹਿਤ ਯਾਚਕਾ 'ਤੇ ਫੈਸਲਾ ਸੁਣਾਉਂਦੇ ਇਹ 'ਤੇ ਰੋਕ ਲਾਈ ਆ। ਇਹ ਇਕੱਲੀ ਪੰਜਾਬ 'ਚ ਨਹੀਂ ਲਾਈ, ਸਾਰੇ ਮੁਲਕ 'ਚ ਲਾਈ ਹੈ। ਹੁਣ ਅਹਿਮ ਸਵਾਲ ਹੈ ਕਿ ਜੋ ਕੈਪਟਨ ਸਾਹਿਬ ਵੇਲੇ ਜੋ ਕਰਜ਼ੇ ਮਾਫ, ਉਸ ਤੋਂ ਬਾਅਦ ਚੰਨੀ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ, ਜੋ ਕਰਜ਼ੇ ਮਾਫ ਹੋਏ ਨੇ, ਜੋ ਉਹਨਾਂ ਨੇ ਕਹਿਤਾ ਸੀ ਵੀ ਕਿਸਾਨਾਂ ਕੋਲ ਅਸੀਂ ਹੁਣ ਪੈਸੇ ਜਾਂ ਕਰਜ਼ਾ ਨਹੀਂ ਦੇਣਾ ਪੈਣਾ, ਉਸ ਵਕਤ ਕਿਸਾਨਾਂ ਨੇ ਕਿਸ਼ਤਾਂ ਨਹੀਂ ਭਰੀਆਂ। ਹੁਣ ਉਹ ਕਿਸ਼ਤਾਂ ਦਾ ਕੀ ਕਰੇਗੀ ਮਾਨ ਸਰਕਾਰ? ਜਾਂ ਅੱਗੇ ਐਕਸਟੈਂਡ ਹੋਊਗੀ ਕਿਸ਼ਤਾਂ ਜਾਂ ਲੋਨ ਦੇ ਉੱਤੇ ਲੋਨ ਲਿਆ ਜਾਊਗਾ? ਇਮੀਡੀਏਟਲੀ ਤੇ ਕਿਸਾਨਾਂ ਦੀ ਜਿਹੜੀ ਕਿਸੇ ਤਰ੍ਹਾਂ ਦੀ ਕੁਰਕੀ 'ਤੇ ਰੋਕ ਲਾ ਦਿੱਤੀ ਗਈ ਹੈ, ਕਿਸਾਨਾਂ ਦੀ ਅਰੈਸਟ 'ਤੇ ਰੋਕ ਲਾ ਦਿੱਤੀ ਹੈ, ਕਿਸਾਨਾਂ ਨੂੰ ਕੁਝ ਸਮਨ ਨਹੀਂ ਕਰੂਗਾ। ਭਵਿੱਖ 'ਚ ਇਹਨੂੰ ਬਿਹਤਰ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਪ੍ਰੋ ਕਿਸਾਨ ਪਾਲਿਸੀ ਬਣੇ। ਸਾਡੀ ਇਹ ਮਨਸ਼ਾ ਬੜੀ ਸਪਸ਼ਟ ਹੈ, ਮਤਲਬ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮਾਨ ਸਾਹਿਬ ਦੀ ਸਰਕਾਰ ਕੋਈ ਵੀ ਜਿਹੜੀ ਫੈਸਲਾ ਲਊਗੀ ਆਉਣ ਵਾਲੇ ਟਾਈਮ 'ਚ, ਕਿਉਂਕਿ ਇਹ ਐਡਾ ਕੰਪਲਿਕੇਟਡ ਇਸ਼ੂ ਹੈ ਔਰ ਇਹਦੇ 'ਚ ਇਸ ਤਰੀਕੇ ਨਾਲ ਪਿਛਲੇ ਸਾਲਾਂ 'ਚ ਇਹਨੂੰ ਇਗਨੋਰ ਕੀਤਾ ਗਿਆ ਹੈ ਵੀ ਅੱਜ ਪੂਰਾ ਢਾਂਚਾ ਬਦਲਣ ਦੀ ਲੋੜ ਹੈ। ਉੱਥੇ ਨਾਲ ਸਾਨੂੰ ਪੂਰਾ ਇੱਕ ਕਿਸਾਨੀ ਤੰਤਰ ਜਿਹੜਾ ਡਾਈਵਰਸੀਫਿਕੇਸ਼ਨ ਤੋਂ ਲੈ ਕੇ ਹਰੇਕ ਤਰ੍ਹਾਂ ਦੀ ਜ਼ਰੂਰਤ ਹੈ। ਮੰਡੀ ਪੈਦਾ ਕਰਨ ਦੀ ਜ਼ਰੂਰਤ ਹੈ, ਕਿਸਾਨਾਂ ਨੂੰ ਵੱਧ ਮੁੱਲ ਦੇਣ ਦੀ ਗੱਲ ਹੈ, ਜਿਸ ਤਰ੍ਹਾਂ ਮਾਨ ਸਾਹਿਬ ਨੇ ਮੂੰਗੀ ਔਰ ਦਾਲਾਂ 'ਤੇ ਗੱਲ ਵੀ ਕੀਤੀ ਹੈ। ਸੋ
ਲੈ ਦੇ ਕੇ ਕਹਿਣ ਤੋਂ ਭਾਵ ਇਹ ਆ ਵੀ ਕਿਸਾਨੀ ਨੂੰ ਪੈਰਾਂ ਤੇ ਕਿਸ ਤਰ੍ਹਾਂ ਖੜਾ ਕੀਤਾ ਜਾਵੇ ਔਰ ਕਿਸਾਨ ਨੂੰ ਬਚਾਇਆ ਜਾਵੇ, ਕਿਸਾਨ ਦੀ ਐਕਸਪਲੋਇਟੇਸ਼ਨ ਨਾ ਹੋਵੇ, ਕਿਸਾਨ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ, ਕਿਸਾਨ ਨੂੰ ਵੱਧ ਮੁੱਲ ਮਿਲੇ ਤੇ ਕਿਸਾਨ ਦੀ ਫਸਲ ਟਾਈਮਲੀ ਵਿਕੇ। ਇਹਦੇ ਲਈ ਮੈਂ ਇਹ ਨਹੀਂ ਕਹਿੰਦਾ ਵੀ 2-4 ਦਿਨਾਂ 'ਚ ਹੀ ਕੋਈ ਬਹੁਤ ਵੱਡਾ ਚਮਤਕਾਰ ਹੋ ਜਾਣਾ, ਨਹੀਂ ਹੋਣਾ, ਲੇਕਿਨ ਬਹੁਤ ਜਲਦੀ ਮਤਲਬ ਫੋਕਸ ਸਰਕਾਰ ਦਾ ਤੇ ਬਹੁਤ ਵੱਡੇ ਸਤਰ ਤੇ ਆ। ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਟਾਈਮ 'ਚ ਰੈਵੋਲੂਸ਼ਨਰੀ ਚੇਂਜ ਲਿਆਊਗੀ ਖੇਤੀ ਨੂੰ ਲੈ ਕੇ। ਵਿਰੋਧੀ ਧਿਰ ਨੇ ਇੱਕ ਹੋਰ ਵੱਡਾ ਇਲਜ਼ਾਮ ਲਗਾਇਆ ਹੈ ਕਿ ਜਦੋਂ ਵੀ ਅਖਬਾਰਾਂ ਦੇ ਵਿੱਚ ਐਡ ਜਾਂ ਇਸ਼ਤਿਹਾਰ ਆਉਂਦੇ ਨੇ, ਭਗਵੰਤ ਮਾਨ ਦਾ ਇੱਕ ਪੇਜ ਤੇ ਪੂਰਾ ਹੁੰਦਾ ਹੈ, ਨਾਲ ਕੇਜਰੀਵਾਲ ਦਾ ਇੱਕ ਪੇਜ ਤੇ ਪੂਰਾ ਹੁੰਦਾ। ਕਿਉਂ ਕੀ ਇਸ਼ਤਿਹਾਰ ਜੋ ਆਉਂਦੇ ਨੇ? ਵਿਰੋਧੀ ਧਿਰਾਂ ਨੂੰ ਤੇ ਨਾ ਹੁਣ ਭਗਵੰਤ ਮਾਨ ਚੰਗਾ ਲੱਗਦਾ ਆ ਤੇ ਨਾ ਕੇਜਰੀਵਾਲ ਸਾਹਿਬ। ਸੋ ਪੈਸੇ ਦੀ ਵੀ ਗੱਲ ਹੁੰਦੀ, ਪੈਸਾ ਇੰਨਾ ਕਿਉਂ ਲਗਾਇਆ ਜਾ ਰਿਹਾ ਵੀ ਪੰਜਾਬ ਦੇ ਸਿਰ 3 ਲੱਖ ਕਰੋੜ ਕਰਜ਼ਾ ਹੈ? ਹਾਂ, ਇਹ ਤੇ ਕੱਲ ਨੂੰ ਕਹਿ ਦੇਣ। ਇਹ ਤੇ ਵਿਰੋਧੀ ਧਿਰ ਤੇ ਇਹ ਵੀ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਸਵੈਟਰ ਕਿਉਂ ਪਾ ਲਿਆ, ਕਿਉਂ ਮਾੜਾ ਪਾ ਲਿਆ, ਕੋਈ ਚੰਗਾ ਪਾ ਲਿਆ। ਇਹ ਕੋਈ ਗੱਲਾਂ ਹੈ? ਕੋਈ ਗੱਲ ਇਹ ਆ ਵੀ ਸਰਕਾਰ, ਸਾਡਾ ਵਿਜੇ ਜੀ ਕੋਈ ਮੰਤਰੀ ਕਿਸੇ ਮਾਫੀਆ 'ਚ ਹਿੱਸੇਦਾਰ ਹੈ? ਸਾਨੂੰ ਦੱਸੋ। ਸਾਡਾ ਕੋਈ ਐਮਐਲਏ ਆਮ ਆਦਮੀ ਪਾਰਟੀ ਦਾ ਕਿਸੇ ਬੱਸਾਂ ਦਾ ਹਿੱਸੇਦਾਰ ਹੈ, ਕਿਸੇ ਰੇਤ ਦਾ ਹਿੱਸੇਦਾਰ ਹੈ, ਕਿਸੇ ਠੇਕੇ ਦਾ ਹਿੱਸੇਦਾਰ ਹੈ, ਕਿਸੇ ਸ਼ਰਾਬ ਦਾ ਹਿੱਸੇਦਾਰ ਹੈ, ਕਿਸੇ ਲੁੱਟ ਖਸੁੱਟ ਕਰ ਰਿਹਾ, ਕੋਈ ਕਰਪਸ਼ਨ ਕਰ ਰਿਹਾ, ਉਹਦੀ ਜ਼ਿੰਮੇਵਾਰੀ ਮਾਨ ਸਾਹਿਬ ਦੀ ਸਰਕਾਰ ਦੀ ਹੈ। ਇਹ ਐਵੇਂ ਗੱਲ ਤੇ ਕਰਨ ਵਾਲੀ ਇਹ ਆ ਵੀ ਸਾਡੀ ਪੰਜਾਬ ਦੀ ਲੁੱਟ ਖਸੁੱਟ 'ਚ ਜੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਜਾਂ ਵਿਧਾਇਕ ਜਾਂ ਮਿਨਿਸਟਰ ਪਾਇਆ ਜਾਊਗਾ, ਅਸੀਂ ਜਵਾਬਦੇਹ ਹਾਂ। ਤੇ ਆਪਣੇ ਇਹ ਪਾਰਟੀ ਦਾ ਵਿਸਤਾਰ ਕਰਨਾ ਹਰੇਕ ਪਾਰਟੀ ਦਾ ਆਪਣਾ ਫਰਜ਼ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ। ਤੋ ਇਹਨਾਂ ਨੂੰ ਦਿੱਕਤ ਇਹ ਹੋ ਰਹੀ ਹੈ ਵੀ ਨੈਸ਼ਨਲ ਲੈਵਲ ਤੇ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਦੋਨਾਂ ਦੀ ਜਿਹੜੀ ਲੀਡਰਸ਼ਿਪ ਹੈ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਵਿਸਤਾਰ ਹੋ ਰਿਹਾ, ਔਰ ਤੋਂ ਇਹ ਸਾਰੇ ਡਰੇ ਹੋਏ। ਅੱਛਾ, ਉਹਨਾਂ ਦੇ ਖੁਦ ਵੀ ਸਵਾਲ ਹੈਗਾ ਸੀ ਕਿ ਪਾਈ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਪਾਈ ਇਕੱਠੀ ਕਰਕੇ ਪੰਜਾਬ ਦੇ ਸਦੋ ਕਰਜ਼ਾ ਲਾਵਾਂਗੇ, ਫਿਰ ਇਸ਼ਤਿਹਾਰ ਤੇ ਇਹਨਾਂ ਪੈਸਾ ਕਿਉਂ ਲਗਾਇਆ ਜਾ ਰਿਹਾ? ਪਾਈ ਇਕੱਠਾ ਕਰਕੇ ਹੀ ਬਿਜਲੀ ਦੀ ਜਿਹੜੀ ਆ ਉਹ ਸਕੀਮ ਜਿਹੜੀ ਇੰਪਲੀਮੈਂਟ ਕਰਦੇ ਆ। ਇਹ ਤੇ ਸੋਚ ਵੀ ਨਹੀਂ ਸਕਦੇ ਸੀ। ਇਹ ਤੇ ਰੋਜ਼ ਬਾਜਵਾ ਸਾਹਿਬ ਤੇ ਰੋਜ਼ ਸਟੇਟਮੈਂਟਾਂ ਦੇ ਰਹੇ, PSPCL ਗੜਕ ਜਾਣਾ ਆ, ਬਰਬਾਦ ਹੋ ਜਾਣਾ। ਇਹ ਸੁੱਖਾਂ ਹੀ ਇਹ ਸੁੱਖਦੇ ਆ, ਇਹ ਲੋਕ ਚਾਹੁੰਦੇ ਨਹੀਂ। ਪੰਜਾਬ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਪਹਿਲਾਂ ਕਮੀ ਸਿਰਫ ਸੀਗੀ ਨੀਅਤ ਦੀ ਕਮੀ। ਉਹ ਮਾਨ ਸਾਹਿਬ ਦੀ ਨੀਅਤ ਸਾਫ਼ ਹੈ, ਕਿਰਦਾਰ ਸਾਫ਼ ਹੈ। ਅਸੀਂ ਜਿਹੜਾ ਵੀ 1-1 ਰੁਪਈਆ ਪੰਜਾਬ ਦੇ ਜਿਹੜੀ ਰਿਸੋਰਸ ਹੈ ਜਾਂ ਰੈਵਨਿਊ ਆ, ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਪੰਜਾਬ ਦੇ ਲੋਕਾਂ ਤੇ ਲੱਗੂਗਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਬਿਜਲੀ ਨੂੰ ਲੈ ਕੇ ਜੋ ਅਨਾਉਂਸਮੈਂਟ ਹੋਈ ਸੀ 600 ਯੂਨਿਟ, ਕੀ ਉਸ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸਿਰਫ ਸਟੇਟਮੈਂਟ ਤੱਕ ਹੀ ਸੀਮਿਤ ਹੈ? 1 ਜੁਲਾਈ ਤੋਂ 600 ਯੂਨਿਟ ਬਿਜਲੀ ਹਰੇਕ ਪੰਜਾਬ ਹਾਊਸ ਹੋਲਡ ਨੂੰ ਪੰਜਾਬ ਦੇ ਨੂੰ ਫ੍ਰੀ ਮਿਲੂਗੀ। ਆਉਣ ਵਾਲੇ ਜੂਨ ਦੇ ਮਹੀਨੇ ਜਿਹੜਾ ਪੰਜਾਬ ਸਰਕਾਰ ਦਾ ਬਜਟ ਆਉਣਾ ਆ, ਬਜਟ ਸੈਸ਼ਨ ਹੋਣਾ, ਉਹਦੇ 'ਚ ਇਹਦਾ ਪੂਰਾ ਬਜਟ ਦਾ ਅਲਾਟਮੈਂਟ ਤੇ ਸਾਰੀ ਜਿਹੜੀ ਪ੍ਰੋਸੀਜਰਲ ਜਿਹੜੀ ਜ਼ਰੂਰਤ ਹੁੰਦੀ ਆ ਡਾਕੂਮੈਂਟਰੀ, ਉਹ ਵੀ ਪੂਰੀ ਹੋ ਜਾਊਗੀ। ਲੇਕਿਨ 1 ਜੁਲਾਈ ਤੋਂ ਇਹ ਫਾਈਨਲੀ ਅਸੀਂ ਇੰਪਲੀਮੈਂਟ ਕਰ ਦੇਣਾ। ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਸੁਭਾਵਿਕ। ਉਹ ਨੋਟੀਫਿਕੇਸ਼ਨ ਨਹੀਂ ਜਾਰੀ ਹੋਊ, ਕੱਲਾ ਬਿਜਲੀ ਫ੍ਰੀ ਮਿਲਣ ਲੱਗ ਜੂਗੀ 1 ਜੁਲਾਈ ਤੋਂ। ਹਾਲੇ ਵੀ ਕਈ ਉਡੀਕ ਦਿਨ ਵੀ ਨੋਟੀਫਿਕੇਸ਼ਨ ਆਵੇ, ਉਸ ਤੋਂ ਬਾਅਦ ਜਾ ਕੇ ਮੰਗਣਾ ਜਾਊ। ਸਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਰਕਾਰ ਜੂਨ 'ਚ ਬਜਟ ਲੈ ਕੇ ਆ ਰਹੀ ਹੈ, ਸਰਕਾਰ ਪੱਕੇ ਪੈਰੀ ਆ ਰਹੀ ਹੈ, ਸਰਕਾਰ ਬਿਜਲੀ ਦੇ ਟਰਾਂਸਮਿਸ਼ਨ ਜਿਹੜੇ ਆ ਉਹਨਾਂ ਦੀ ਰਿਪੇਅਰ ਕਰਾ ਰਹੀ ਹੈ, ਸਰਕਾਰ ਸੋਲਰ ਪਾਵਰ ਤੇ ਬਹੁਤ ਵੱਡੇ ਸਤਰ ਤੇ ਕੰਮ ਕਰ ਰਹੀ ਆ, ਸਰਕਾਰ ਬਿਜਲੀ ਡਿਪਾਰਟਮੈਂਟ 'ਚ ਭਰਤੀਆਂ ਕਰ ਰਹੀ ਆ, ਸਰਕਾਰ ਚੋਰੀ ਬਿਜਲੀ ਰੋਕ ਰਹੀ ਆ, ਸਰਕਾਰ ਬਿਜਲੀ ਦੀ ਅਨਨੈਸੈਸਰੀ ਖਪਤ ਰੋਕ ਰਹੀ ਆ, ਸਰਕਾਰ ਬਿਜਲੀ ਦੀ ਡਿਸਟ੍ਰੀਬਿਊਸ਼ਨ ਫੇਅਰ ਤੇ ਸਾਫ਼ ਸੁਥਰੀ ਹੋਵੇ ਉਹਦੇ ਤੇ ਕੰਮ ਕਰ ਰਹੀ ਆ। ਲੇਕਿਨ ਰਿਜ਼ਲਟ ਉਹ ਆ ਵੀ ਜਿਹੜੇ ਤੁਹਾਨੂੰ ਦਿਖਣੇ 1 ਜੁਲਾਈ ਤੋਂ ਫ੍ਰੀ ਹਰ ਇੱਕ ਹਾਊਸ ਹੋਲਡ ਨੂੰ 600 ਬਿਜਲੀ ਫ੍ਰੀ ਆਉਣੀ। ਆਖਰੀ ਜਾਂਦੇ ਨੇ ਕਹਿ ਦਿਓ ਕਿ ਚਿੱਪ ਵਾਲੇ ਮੀਟਰ ਲੱਗਣਗੇ ਕਿ ਨਹੀਂ? ਦੇਖੋ, ਮੀਟਰਾਂ ਨੂੰ ਲੈ ਕੇ ਸੈਂਟਰ ਸਰਕਾਰ ਜਦੋਂ ਕੋਈ ਪਾਲਿਸੀ ਲੈ ਕੇ ਆਉਂਦੀ ਆ ਤੇ ਉਹ ਸੂਬਿਆਂ ਨੂੰ ਕੰਸਲਟੇਸ਼ਨ 'ਚ ਲੈਂਦੀ ਆ। ਜਿਸ ਤਰ੍ਹਾਂ ਇਹਨਾਂ ਨੇ ਖੇਤੀ ਕਿਸਾਨੀ ਦੇ ਬਿੱਲ ਲਿਆਂਦੇ ਸੀ, ਉਹ ਸੂਬਿਆਂ ਨੂੰ ਕੰਸਲਟ ਨਹੀਂ ਕੀਤਾ ਸੀ ਤੇ ਉਹਦਾ ਹਾਲਾਤ ਦੇਖ ਲਏ। ਗਾਂ ਵੀ ਜਿਹੜੀ ਵੀ ਕੋਈ ਸੈਂਟਰ ਦੀ ਪਾਲਿਸੀ ਹੋਊਗੀ, ਉਹ ਸੂਬਿਆਂ ਨਾਲ ਕੰਸਲਟ, ਮੈਨੂੰ ਲੱਗਦਾ ਮੋਦੀ ਸਾਹਿਬ ਵੀ ਸਬਕ ਲੈਣਗੇ। ਔਰ ਸੁਭਾਵਿਕ ਤੌਰ ਤੇ ਇਸ ਇਸ਼ੂ ਤੇ ਸਾਰੇ ਸੂਬਿਆਂ ਨਾਲ ਕੰਸਲਟੇਸ਼ਨ ਚੱਲ ਰਹੀ ਆ। ਜੋ ਬਿਹਤਰ ਗੱਲ ਹੋਊਗੀ ਪੰਜਾਬ ਦੇ ਲੋਕਾਂ ਲਈ, ਉਹ ਫੈਸਲਾ ਪੰਜਾਬ ਸਰਕਾਰ ਕਰੂ। ਮੀਟਰ ਆ ਸਕਦੇ ਨੇ ਜੇ ਤੇ ਮੀਟਰਾਂ ਨਾਲ ਪੰਜਾਬ ਦੇ ਲੋਕਾਂ ਦੀ ਬਿਹਤਰੀ ਹੋਊਗੀ ਤੇ ਫਿਰ ਮੀਟਰਾਂ ਦੀ ਗੱਲ ਕਰ ਲਾਂਗੇ। ਜੇ ਉਹਨਾਂ ਨਾਲ ਨੁਕਸਾਨ ਹੁੰਦਾ ਤਾਂ ਬਿਲਕੁਲ ਨਹੀਂ ਕਰਾਂਗੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਮੁੱਖ ਬੁਲਾਰੇ
ਮਲਵਿੰਦਰ ਸਿੰਘ ਕੰਗ ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਬਿਆਨਬਾਜ਼ੀ ਆ ਰਹੀ ਸੀ, ਚਾਹੇ ਉਹ ਮੋਟਰਸਾਈਕਲ ਮੋਡੀਫਾਈ ਕਰਨ ਤੋਂ ਹੋਵੇ ਕਿ ਗਰੀਬ ਲੋਕ ਜੁਗਾੜ ਚਲਾਉਂਦੇ ਨੇ ਉਹ ਕਿਉਂ ਬੰਦ ਹੋ ਗਏ ਨੇ। ਜੇ ਮਲਵਿੰਦਰ ਜੀ ਨੇ ਕਿਹਾ ਕਿ ਉਹ ਹਾਈ ਕੋਰਟ ਦੀ ਨੋਟੀਫਿਕੇਸ਼ਨ ਹੈ ਜਿਸ ਉੱਪਰ ਸਾਰੇ ਭਾਰਤ ਵਿੱਚੋਂ ਲਾਗੂ ਹੋਇਆ, ਨਾ ਕਿ ਪੰਜਾਬ 'ਚ। ਦੂਸਰੀ ਕਿਸਾਨਾਂ ਦੀ ਗੱਲ ਸੁਣ ਲਈ, ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਏਗੀ। ਤੀਸਰੀ ਗੱਲ, ਜੋ ਬਿਜਲੀ ਦਾ ਨੋਟੀਫਿਕੇਸ਼ਨ ਉਹ ਜਲਦੀ ਆ ਜਾਏਗਾ ਤੇ ਸਰਕਾਰ ਜੋ ਹੈ 1 ਜੁਲਾਈ ਤੋਂ ਬਿਜਲੀ ਦੇਣੀ ਸ਼ੁਰੂ ਕਰ ਦੇਗੀ।